लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। का खालसा वाहिगुरु जी की फतेह। अंग है 477। ਹੁਣ ਤੱਕ ਆਸਾ ਰਾਗ ਵਿੱਚ ਭਗਤਾਂ ਬਾਣੀ ਦੇ ਕਬੀਰ ਸਾਹਿਬ ਦੇ 7 ਸ਼ਬਦ ਸੰਪੂਰਨ ਹੋਏ ਨੇ। ਆਸਾ ਹਿੰਦੂ ਤੁਰਕ ਕਹਾਂ ਤੇ ਆਏ, ਕਿਨੇ ਰਾਹ ਚਲਾਈ। ਦਿਲ ਮੈਂ ਸੋਚ ਵਿਚਾਰ ਕਵਾਦੇ, ਭਿਸਤ ਦੋਜਕ ਕਿਨ ਪਾਈ। ਹਾਂਜੀ। आसा हिंदू तुर्क कहाँ ते आए, किन एह राह चलाई। दिल में सोच विचार कवादे, पिस्त दोजक किन पाई। आसा हिंदू तुर्क कहाँ ते आए, किन्हे राह चलाई। दिल में सोच विचार कवादे, ਭੇਸਤ ਦੋਜਕ ਕਿਨ ਪਾਈ। ਕਬੀਰ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਕਿਉਂਕਿ ਜਿਹੜੀ ਖਿੱਚੋਤਾਣ ਹੈ ਫਿਰਕਾ ਪ੍ਰਸਤੀ ਦੀ ਕਿ ਹਿੰਦੂ ਹੈ ਇਹ ਮੁਸਲਮਾਨ ਹੈ, ਐਵਨ ਕਿ ਨਾਮਾਂ ਦੀ ਵੀ ਅਸੀਂ ਜੀ ਉਹਦੇ ਤੋਂ ਨਾਮ ਲੈ ਆਏ ਹਾਂ, ਅਸੀਂ ਉਹਦੇ ਤੋਂ ਨਾਮ ਲੈ ਆਏ। ਨਾਮ ਤੇ ਇੱਕੋ ਹੀ ਹੈ ਜੀ। ਕੋਈ ਕਹਿੰਦਾ 4 ਲੈ ਆਏ ਆ, ਕੋਈ ਕਹਿੰਦਾ 5 ਲੈ ਆਏ ਆ। ਤੇ ਮਾਰੇ ਕਹਿੰਦੇ ਤੇਰਾ ਏਕ ਨਾਮ ਤਾਰੇ ਸੰਸਾਰ। ਉਹ ਨਾਮ ਹੈ ਅਨਾਮ ਹੈ। ਇਹਨਾਂ ਚੱਕਰਾਂ ਵਿੱਚ ਪੈ ਕੇ ਕਵਾਦੇ ਕਹਿੰਦੇ ਨੇ ਝਗੜਾਲੂ ਜਿਹੇ ਲੋਕ, ਉਹ ਕੋਈ ਨਾ ਕੋਈ ਆਪਣਾ ਟਿੰਡ ਵਿੱਚ ਕਾਨਾ ਪਾਈ ਰੱਖਦੇ ਨੇ। ਜਦ ਕਿ ਤੁਰਨਾ ਸੀ ਆਪਣੀ ਮੰਜ਼ਿਲ ਵੱਲ ਨੂੰ, ਉਹ ਝਗੜਿਆਂ ਵਿੱਚ ਹੀ ਆਪਣਾ ਸਮਾਂ ਗੁਜ਼ਾਰ ਦਿੰਦੇ ਨੇ। ਹੁਣ ਕਬੀਰ ਸਾਹਿਬ ਕਾਸ਼ੀ 'ਚ ਰਹੇ ਨੇ। ਕਬੀਰ ਸਾਹਿਬ ਨੇ ਇਹ ਗੱਲ ਦੋਵਾਂ ਨੂੰ ਸ਼ੁਰੂਆਤ ਕੀਤੀ ਕਿ ਭਾਈ ਹਿੰਦੂ ਤੁਰਕ ਕਹਾਂ ਤੇ ਆਏ। ਕਹਿੰਦੇ ਦੱਸੋ ਕਿੱਥੋਂ ਆਏ ਨੇ। ਜਦੋਂ ਬੱਚੇ ਦਾ ਜਨਮ ਹੁੰਦਾ ਉਹ ਕੁਝ ਵੀ ਨਹੀਂ ਹੁੰਦਾ। ਮਾਤਾ ਦੇ ਪੇਟ ਵਿੱਚ ਬੱਚੇ ਦਾ ਕੋਈ ਧਰਮ ਨਹੀਂ ਹੈ। ਧਰਮ ਜਿਹੜਾ ਇਹ ਸਾਡੇ ਬਣਾਏ ਗਏ ਨੇ, ਇਹ ਜੀਵਨ ਦੀ ਜਾਂਚ ਹੈ, ਹੋਰ ਕੁਝ ਵੀ ਨਹੀਂ। ਜੇ ਕਹਿ ਦਈਏ ਨਾ ਕਿ ਅਸੀਂ ਹਿੰਦੂ ਬਣ ਕੇ ਜਾਂ ਮੁਸਲਮਾਨ ਬਣ ਕੇ ਜਾਂ ਸਿੱਖ ਬਣ ਕੇ ਹੀ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ, ਇਹ ਭਰਮ ਭੁਲੇਖਾ ਹੈ। ਬਾਹਰਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨਾਲ ਪ੍ਰਮਾਤਮਾ ਦਾ ਕੋਈ ਲੈਣਾ ਦੇਣਾ ਨਹੀਂ। ਗੱਲ ਤੇ ਜੀਵਨ ਦੀ ਸੀ, ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਮੱਕੇ ਗਏ ਉਦੋਂ ਵੀ ਕਾਜ਼ੀਆਂ ਨੇ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੀ। ਭਾਈ ਗੁਰਦਾਸ ਦੀਆਂ ਵਾਰਾਂ ਜਦੋਂ ਪੜ੍ਹਦੇ ਆ ਉਹਨਾਂ ਵਿੱਚ ਭਾਈ ਗੁਰਦਾਸ ਜੀ ਗੱਲ ਬਿਆਨ ਕਰਦੇ ਨੇ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਗੱਲ ਤੇ ਸ਼ੁਭ ਅਮਲਾਂ ਦੀ ਹੈ। ਇੱਥੇ ਵੀ ਕਬੀਰ ਸਾਹਿਬ ਕਹਿੰਦੇ ਭਾਈ ਹਿੰਦੂ ਤੁਰਕ ਕਹਾਂ ਤੇ ਆਏ, ਕਿਹਨੇ ਰਾਹ ਚਲਾਈ। ਇਹ ਰਸਤਾ ਕਿਹਨੇ ਦੱਸਿਆ ਤੁਹਾਨੂੰ, ਕਿਹਨੇ ਬਣਾਇਆ, ਹੁਣ ਤੱਕ ਪਤਾ ਹੀ ਨਹੀਂ ਲੱਗਿਆ। ਹੁਣ ਤੱਕ ਪਤਾ ਹੀ ਨਹੀਂ ਲੱਗਿਆ ਕਿ ਕੌਣ ਕਿੱਥੋਂ ਆਇਆ। ਐਵੇਂ ਕਹੀ ਜਾਂਦੇ ਫਲਾਨਾ ਫਲਾਨੇ ਤੋਂ ਆਇਆ, ਟਮਕਾਣੇ ਤੋਂ ਆਇਆ। ਕਹਿੰਦੇ ਨਹੀਂ ਹੋਇਆ। ਦਿਲ ਮੈਂ ਸੋਚ ਵਿਚਾਰ ਕਵਾਦੇ। ਇਹ ਝਗੜਾਲੂ ਇਨਸਾਨ ਆਪਣੇ ਦਿਲ ਵਿੱਚ ਸੋਚ ਵਿਚਾਰ ਕਰ, ਭੇਸਤ ਦੋਜਕ ਕਿਨ ਪਾਈ। ਅਸੀਂ ਕਹਿੰਦੇ ਕਿ ਆਹ ਮੁਸਲਮਾਨ ਬਣਨ ਨਾਲ ਦੋਜਕਾਂ ਚਲਾ ਜਾਏਗਾ ਤੇ ਹਿੰਦੂ ਬਣਨ ਨਾਲੋਂ ਕਹਿੰਦੇ ਭੇਸਤ ਚਲਾ ਜਾਏਗਾ। ਪਰ ਇਹ ਕਹਿੰਦੇ ਨਹੀਂ, ਇਹ ਨਰਕ ਸੁਰਗ ਦੇ ਚੱਕਰਾਂ ਵਿੱਚ ਪੈ ਕੇ ਅਸੀਂ ਉਂਝੀ ਵੇਲੇ ਭੁਲੇਖੇ ਖਾਈ ਜਾਂਦੇ। ਕਹਿੰਦੇ ਭੇਸਤ ਦੋਜਕ ਕਿਹਨੇ ਪਾਈ, ਨਰਕ ਸੁਰਗ ਕਿਹਨੇ ਪਾਇਆ, ਕਿਸੇ ਨੂੰ ਨਹੀਂ ਪਤਾ ਲੱਗਿਆ ਅਜੇ ਤੱਕ, ਨਾ ਹੀ ਕੋਈ ਹੁਣ ਤੱਕ ਦੱਸ ਸਕਿਆ ਆ ਕੇ। ਹਾਂਜੀ। काजी तैं कवन कतेब बखानी, काजी तैं कवन कतेब बखानी। पढ़त गुणत ऐसे सब मारे, किन्हू खबर न जानी।
ਰਹਾਉ। ਕਾਜੀ ਤੈਂ ਕਵਣ ਕਤੇਬ ਬਖਾਨੀ, ਪੜਤ ਗੁਣਤ ਐਸੇ ਸਭ ਮਾਰੇ, ਕਿਨਹੂ ਖਬਰ ਨਾ ਜਾਣੀ। ਰਹਾਉ ਦੀ ਇਸ ਪੰਕਤੀ ਵਿੱਚ ਵੇਖੋ, ਉਦੋਂ ਵੀ ਜਦੋਂ ਮੁਗਲ ਇੱਥੇ ਆਏ, ਮੁਗਲ ਜਬਰੀ ਡਰਾ ਕੇ, ਲਾਲਚ ਦੇ ਕੇ ਉਹ ਧਰਮ ਤਬਦੀਲ ਕਰਦੇ ਰਹੇ। ਅੱਜ ਵੀ ਇਹੀ ਕੁਝ ਹੋ ਰਿਹਾ। ਅੱਜ ਵੀ ਡਰਾਵੇ ਨਾਲ, ਪੈਸੇ ਨਾਲ ਧਰਮ ਤਬਦੀਲ ਕੀਤੇ ਜਾ ਰਹੇ ਨੇ, ਜਾਂ ਦੱਸਿਆ ਜਾ ਰਿਹਾ ਜੀ ਤੁਹਾਨੂੰ ਅੱਗੇ ਸਵਰਗ ਮਿਲੇਗਾ, ਤੁਹਾਨੂੰ ਅੱਗੇ ਬਾਬਾ ਜੀ ਆਪ ਲੈਣ ਆਉਣਗੇ। ਇਹ ਚੱਕਰਾਂ 'ਚ ਪਾਇਆ ਲੋਕਾਂ ਨੂੰ। ਇੱਥੇ ਮਹਾਰਾਜ ਕਹਿੰਦੇ ਕਾਜੀ ਤੈਂ ਕਵਣ ਕਤੇਬ ਬਖਾਨੀ। ਇਹ ਕਾਜੀ ਤੂੰ ਕਿਹੜੀ ਕਿਤਾਬ ਪੜ੍ਹ ਕੇ, ਕਿਹੜੀ ਕਿਤਾਬ ਸੁਣਾ ਦਿੱਤੀ, ਵਿਖਿਆਨ ਕਰ ਦਿੱਤੀ। ਪੜ੍ਹਤ ਗੁਣਤ ਐਸੇ ਸਭ ਮਾਰੇ, ਇਹਨਾਂ ਚੀਜ਼ਾਂ ਨੂੰ ਪੜ੍ਹਦੇ ਗੁਣਦੇ ਭਾਵ ਵਿਚਾਰ ਕਰਦੇ ਇਸ ਤਰ੍ਹਾਂ ਮਰੇ ਨੇ। ਕਿਨਹੂ ਖਬਰ ਨਾ ਜਾਣੀ, ਕਿਸੇ ਨੂੰ ਖਬਰ ਨਹੀਂ ਲਈ ਕਿ ਉਹ ਕਿੱਥੇ ਗਏ, ਉਹ ਨਰਕਾਂ 'ਚ ਗਏ ਨੇ ਕਿ ਸੁਰਗਾਂ 'ਚ ਗਏ ਨੇ, ਕਿਉਂਕਿ ਕੋਈ ਦੱਸ ਨਹੀਂ ਸਕਿਆ ਆ ਕੇ ਕਿਸੇ ਨੂੰ ਅਜੇ ਤੱਕ। ਹਾਂਜੀ। ਸਖਤ ਸਨੇਹ ਕਰ ਸੁਨਤ ਕਰੀਐ, ਸਖਤ ਸਨੇਹ ਕਰ ਸੁਨਤ ਕਰੀਐ। ਮੈਂ ਨਾ ਬਦੋਂਗਾ ਭਾਈ, ਜੋ ਰੇ ਖੁਦਾਏ ਮੋਹਿ ਤੁਰਕ ਕਰੇਗਾ। ਆਪਨ ਹੀ ਕਟ ਜਾਈ, ਸਖਤ ਸਨੇਹ ਕਰ ਸੁਨਤ ਕਰੀਐ। ਮੈਂ ਨਾ ਬਦੋਗਾ ਭਾਈ, ਜੋ ਰੇ ਖੁਦਾਏ ਮੋਹਿ ਤੁਰਕ ਕਰੇਗਾ। ਆਪਨ ਹੀ ਕਟ ਜਾਈ। ਕਬੀਰ ਸਾਹਿਬ ਇਸ਼ਾਰਾ ਕਰਦੇ ਨੇ ਉੱਧਰ ਨੂੰ ਕਿ ਮੁਹੰਮਦ ਸਾਹਿਬ ਨੇ ਕਿਉਂਕਿ ਇੱਕ ਵਿਕਰਮ ਕਰ ਲਿਆ, ਆਪਣੀ ਇਸਤਰੀ ਨੂੰ ਖੁਸ਼ ਕਰਨ ਲਈ ਸੁਨਤ ਕਰਾ ਲਈ। ਸਖਤ ਸਨੇਹ ਆਪਣੀ ਇਸਤਰੀ ਦੇ ਪ੍ਰੇਮ ਵਿੱਚ, ਸਖਤ ਤੋਂ ਭਾਵ ਹੈ ਸ਼ਕਤੀ, ਇਸਤਰੀ। ਸਖਤ ਸਨੇਹ ਕਰ ਸੁਨਤ ਕਰੀਐ, ਮੈਂ ਨਾ ਬਦੋਗਾ ਭਾਈ। ਕਹਿੰਦੇ ਮੈਂ ਤਾਂ ਨਹੀਂ ਭਾਈ ਕਰਦਾ ਇਸ ਤਰ੍ਹਾਂ। ਕਬੀਰ ਸਾਹਿਬ ਕਹਿੰਦੇ ਜੋ ਰੇ ਖੁਦਾਏ ਮੋਹਿ ਤੁਰਕ ਕਰੇਗਾ, ਆਪਨ ਹੀ ਕਟ ਜਾਈ। ਜੇ ਸੁਨਤ ਕਰਨ ਨਾਲ ਹੀ ਤੁਰਕ ਹੁੰਦਾ ਹੈ ਤੇ ਮਾਰੇ ਕਹਿੰਦੇ ਫਿਰ ਆਪਣੇ ਆਪ ਹੀ ਜਾਣਾ ਚਾਹੀਦਾ ਸੀ ਇੱਥੇ। ਜੇ ਉਹ ਮੈਨੂੰ ਤੁਰਕ ਕਰਦਾ ਤੇ ਇਹ ਆਪਣੇ ਆਪ ਹੀ ਹੋ ਜਾਣੀ ਚਾਹੀਦੀ ਸੀ। ਤੇ ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਮੰਨਦਾ ਨਹੀਂ। ਕਬੀਰ ਸਾਹਿਬ ਕਹਿੰਦੇ ਮੈਂ ਸੁਨਤ ਨਹੀਂ ਕਰਾਉਂਦਾ। ਹਾਂਜੀ। ਸੁਨਤ ਕੀਏ ਤੁਰਕ ਜੇ ਹੋਏਗਾ, ਸੁਨਤ ਕੀਏ ਤੁਰਕ ਜੇ ਹੋਏਗਾ। ਔਰਤ ਕਿਆ ਕਿਆ ਕਰੀਐ, ਔਰਤ ਕਾ ਕਿਆ ਕਰੀਐ। ਅਰਧ ਸਰੀਰੀ ਨਾਰ ਨਾ ਛੋੜੈ, ਤਾਂ ਤੇ ਹਿੰਦੂ ਹੀ ਰਹੀਐ। ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਐ। ਅਰਧ ਸਰੀਰੀ ਨਾਰ ਨਾ ਛੋੜੈ, ਤਾਂ ਤੇ ਹਿੰਦੂ ਹੀ ਰਹੀਐ। ਕਬੀਰ ਸਾਹਿਬ ਨੇ ਅਗਲੀ ਗੱਲ ਵਿਅੰਗਾਤਮਕ ਕੀਤੀ ਕਿ ਇਹ ਕਾਜੀ, ਜੇਕਰ ਸੁਨਤ ਕਰਨ ਨਾਲ ਹੀ ਬੰਦਾ ਤੁਰਕ ਹੁੰਦਾ ਹੈ, ਮੁਸਲਮਾਨ ਹੁੰਦਾ ਹੈ, ਫਿਰ ਔਰਤ ਦਾ ਕੀ ਕਰੋਗੇ? ਕਿਉਂਕਿ ਸੰਪੂਰਨ ਬੰਦਾ ਔਰਤ ਨਾਲ ਹੀ ਹੁੰਦਾ ਹੈ। ਅਧੂਰੀ ਔਰਤ ਵੀ ਹੈ, ਅਧੂਰਾ ਮਨੁੱਖ ਵੀ। ਮੈਂ ਕਹਿੰਦੇ ਅਰਧ ਸਰੀਰੀ ਨਾਰ, ਅਰਧ ਸਰੀਰੀ ਤੁਹਾਡਾ ਅੱਧਾ ਹਿੱਸਾ ਸਰੀਰ ਦਾ। ਅਰਧ ਸਰੀਰੀ ਨਾਰ ਨਾ ਛੋੜੈ, ਤਾਂ ਤੇ ਹਿੰਦੂ ਹੀ ਰਹੀ ਹੈ। ਕਬੀਰ ਸਾਹਿਬ ਕਹਿੰਦੇ ਫਿਰ ਭਾਈ ਮੈਂ ਹਿੰਦੂ ਹੀ ਠੀਕ ਹਾਂ, ਕਿਉਂਕਿ ਉਦੋਂ ਹਿੰਦੂ ਤੇ ਮੁਸਲਮਾਨ ਦਾ ਝਗੜਾ ਸੀ। ਕਹਿਣ ਤੋਂ ਭਾਵ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਗੱਲਾਂ ਦਾ ਪਰਮਾਤਮਾ ਨਾਲ ਕੋਈ ਲੈਣਾ ਦੇਣਾ ਨਹੀਂ। ਬੋਦੀ ਰੱਖਣ ਨਾਲ, ਵਾਲ ਕਟਾਉਣ ਨਾਲ, ਵਾਲ ਜਟਾਂ ਰੱਖਣ ਨਾਲ। ਇਸ ਕਰਕੇ ਸਾਨੂੰ ਮਹਾਰਾਜ ਨੇ ਕਿਹਾ ਕਿ ਐਜ ਇਟ ਇਜ਼, ਜਿਸ ਤਰ੍ਹਾਂ ਕੁਦਰਤ ਨੇ ਸਾਨੂੰ ਬਣਾਇਆ ਹੈ ਉਸੇ ਤਰ੍ਹਾਂ ਹੀ ਰਹਿਣਾ। ਵੇਖੋ ਸਿੱਖ ਜਿਹੜਾ ਹੈ ਉਹ ਇੱਕ ਸੰਪੂਰਨ ਮਨੁੱਖ ਹੈ। ਜੇ ਕੱਲੀਆਂ ਮੁੱਛਾਂ ਕੱਟ ਦਈਏ ਤਾਂ ਮੁਸਲਮਾਨ ਬਣ ਜਾਂਦਾ ਹੈ, ਸੁਨਨਤ ਕਰ ਦਈਏ, ਤੇ ਜੇ ਦਾੜੀ ਕੇਸ ਕੱਟ ਕੇ ਗੋਦੀ ਰੱਖ ਦਿਓ ਉਹ ਹਿੰਦੂ ਬਣ ਜਾਂਦਾ, ਤੇ ਜੇ ਕੁਝ ਵੀ ਨਾ ਕਰੋ ਤਾਂ ਸਿੱਖ ਆਪਣੇ ਆਪ ਹੀ ਹੈ। ਇਸ ਕਰਕੇ ਸਾਰੇ ਹੀ ਉਸ ਕੁਦਰਤ ਦੇ ਨਿਯਮ ਤੋਂ ਉਲਟ ਹੋ ਕੇ ਸਾਨੂੰ ਮਹਾਰਾਜ ਨੇ ਕੁਝ ਵੀ ਕਰਨ ਨੂੰ ਨਹੀਂ ਕਿਹਾ, ਛੇੜਛਾੜ ਕਰਨ ਨੂੰ ਨਹੀਂ ਕਿਹਾ ਸਰੀਰ ਨਾਲ। ਜਿਹੜਾ ਕੰਮ ਕਰਨ ਨੂੰ ਕਿਹਾ ਉਹ ਹੈ ਕਿ ਭੈੜੇ ਕਰਮ, ਵਿਕਰਮ ਉਹ ਤਿਆਗ, ਉਹਨਾਂ ਨੂੰ ਕੱਟ, ਬਾਕੀ ਜਿਹੜੇ ਚੰਗੇ ਕਰਮ ਨੇ ਉਹਨਾਂ ਨੂੰ ਸੰਭਾਲ। ਗੱਲ ਤੇ ਕਰਮਾਂ ਦਾ ਨਿਬੇੜੇ ਨੇ। ਇਹ ਬਾਹਰਲੇ ਕਰਮਕਾਂਡਾਂ ਨਾਲ ਉਸ ਪਰਮਾਤਮਾ ਦਾ ਲੈਣ ਦੇਣ ਕੁਝ ਵੀ ਨਹੀਂ। ਹਾਂਜੀ।
ਛਾੜ ਕਤੇਬ ਰਾਮ ਭਜ ਬੋਰੇ ਛਾੜ ਕਤੇਬ ਰਾਮ ਭਜ ਬੌਰੇ ਜ਼ੁਲਮ ਕਰਤ ਹੈ ਭਾਰੀ ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ ਰਾਮ ਕੀ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ ਤੁਰਕ ਰਹੇ ਪਚਹਾਰੀ ਛਾੜ ਕਤੇਬ ਰਾਮ ਭਜ ਬੌਰੇ ਜ਼ੁਲਮ ਕਰਤ ਹੈ ਭਾਰੀ। ਕਬੀਰ ਸਾਹਿਬ ਕਹਿੰਦੇ ਐ ਕਾਜੀ ਇਹਨੇ ਕਤੇਬਾਂ ਦੀਆਂ ਗੱਲਾਂ ਤੈਨੂੰ ਲਿਖੀਆਂ ਗਈਆਂ ਨੇ ਛੱਡ ਦੇ। ਕਹਿੰਦੇ ਤੂੰ ਤੇ ਜ਼ੁਲਮ ਕਰਦਾ ਬਹੁਤ ਵੱਡਾ, ਕਿਉਂਕਿ ਬਚਪਨ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਸੁਨਤਾਂ ਕੀਤੀਆਂ ਜਾਂਦੀਆਂ ਨੇ। ਮੈਂ ਮਰੇ ਕੋਲੇ ਪੜ੍ਹਿਆ, ਸਾਡੇ ਪਿੰਡ ਦੇ ਵਿੱਚ ਮਸੀਤ ਸੀ, ਅਸੀਂ ਵੇਖਦੇ ਕਿ ਉਹਨਾਂ ਬੱਚਿਆਂ ਨੇ ਸੁਨਤ ਕਰਦੇ ਚੀਕ ਚਿਗੜਾ ਪੈ ਜਾਂਦਾ ਸੀ। ਇੱਥੇ ਹੁਣ ਮਾਈ ਕਹਿੰਦੇ ਤੇ ਜ਼ੁਲਮ ਕਰ ਰਹੇ ਆ ਤੂੰ ਬਹੁਤ ਵੱਡਾ, ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕੜੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ। ਕਬੀਰ ਸਾਹਿਬ ਕਹਿੰਦੇ ਮੈਂ ਤੇ ਉਸ ਪ੍ਰਮਾਤਮਾ ਦਾ ਆਸਰਾ ਲਿਆ ਜਿਹੜੇ ਤੁਰਕ ਨੇ ਆਪਣੇ ਆਪ ਨੂੰ ਮੁਸਲਮਾਨ ਖਵਾਉਂਦੇ ਨੇ ਭਾਈ, ਉਹ ਤੇ ਖਪਣ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ। ਕਹਿੰਦੇ ਇਸ ਕਰਕੇ ਆਪਣੀ ਜ਼ਿੰਦਗੀ ਤੋਂ ਹਾਰ ਗਏ, ਉਹ ਤੇ ਇਸ ਤਰ੍ਹਾਂ ਹੀ ਆਪਣੀ ਖੱਪ ਕੇ ਹਾਰ ਕੇ ਚਲੇ ਗਏ। ਇਹਦੇ ਵਿੱਚ ਅੱਲਾ ਦਾ ਪ੍ਰਮਾਤਮਾ ਦਾ ਕੋਈ ਉਸ ਚੀਜ਼ ਨਾਲ ਸੰਬੰਧ ਨਹੀਂ, ਜੇ ਸੁਨਤ ਕਰਨ ਨਾਲ ਜਾਂ ਨਾ ਕਰਨ ਨਾਲ, ਤੁਰਕ ਹੋਣ ਦਾ ਜਾਂ ਨਾ ਹੋਣ ਦਾ ਕੋਈ ਸੰਬੰਧ ਨਹੀਂ। ਹਾਂਜੀ। ਆਸਾ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ। ਕਬੀਰ ਸਾਹਿਬ ਅਗਲੀ ਗੱਲ ਕਰਦੇ ਨੇ ਕਿ ਇਹ ਸੰਸਾਰ ਦੇ ਜਿਹੜੇ ਸੰਬੰਧ ਨੇ ਨਾ, ਰਿਸ਼ਤੇਦਾਰੀਆਂ ਨੇ, ਇਹ ਜਦ ਤੱਕ ਜੀਵਨ ਹੈ ਉਦੋਂ ਤੱਕ ਹੀ ਹੈ। ਜਿਹੜੇ ਹੱਥ ਗੁੜਤੀ ਦਿੰਦੇ ਨੇ ਲਾਂਬੂ ਉਹੀਓ ਲਾਉਂਦੇ ਨੇ। ਇਹ ਭੁਲੇਖਾ ਕੱਢਦੇ ਹੀ ਮਨ ਦੇ ਵਿੱਚੋਂ, ਜਿਹੜੇ ਤੈਨੂੰ ਬਹੁਤ ਪਿਆਰ ਕਰਦੇ ਨੇ ਚੱਕਣ ਵਾਲੇ ਵੀ ਉਹੀ ਨੇ। ਇੱਥੇ ਮਹਾਰਾਜ ਸਮਝਾਉਂਦੇ ਨੇ ਕਿ ਜਦ ਤੱਕ ਜਬ ਲਗ ਤੇਲ ਦੀਵੇ ਮੁਖ ਬਾਤੀ, ਜਦ ਤੱਕ ਦੀਵੇ ਵਿੱਚ ਜਿਵੇਂ ਤੇਲ ਹੈ ਨਾ, ਉਨਾ ਚਿਰ ਉਹ ਜਲਦਾ ਹੈ, ਉਨਾ ਚਿਰ ਉਹ ਲਾਈਟ ਕਰਦਾ ਹੈ। ਤਬ ਸੂਝੈ ਸਭ ਕੋਈ, ਜਿੰਨਾ ਚਿਰ ਜੀਵਨ ਹੈ ਅੰਦਰ ਜੋਤ ਜਗਦੀ ਹੈ ਉਨਾ ਚਿਰ ਸਭ ਕੁਝ ਸੁਝਦਾ ਹੈ। ਚੰਗਾ ਕੀ ਹੈ ਮਾੜਾ ਕੀ ਹੈ, ਸੰਸਾਰ ਵਿੱਚ ਬੰਦਾ ਤੁਰਦਾ ਫਿਰਦਾ ਹੈ। ਤੇਲ ਜਲੇ ਬਾਤੀ ਠਹਿਰਾਨੀ, ਇਹ ਤੇਲ ਬੁਝ ਗਿਆ, ਜਦੋਂ ਤੇਲ ਖਤਮ ਹੁੰਦਾ ਹੈ ਤੇ ਦੀਵੇ ਦੀ ਬੱਤੀ ਬੁਝ ਜਾਂਦੀ। ਕਹਿੰਦੇ ਇਸ ਤਰ੍ਹਾਂ ਇਹ ਜੀਵਨ ਦੀ ਬੱਤੀ ਬੁਝ ਜਾਂਦੀ ਜਦੋਂ ਸੂਨਾ ਮੰਦਰ ਹੋਈ। ਇਹ ਸਰੀਰ ਸੁੰਨੇ ਘਰ ਵਰਗਾ ਹੋ ਜਾਂਦਾ ਹੈ। ਇਹ ਸਰੀਰ ਰੂਪੀ ਮੰਦਰ ਹੈ ਨਾ ਜਿਹੜਾ, ਕਹਿੰਦੇ ਵੇਖੋ ਸੁੰਨਾ ਹੋ ਜਾਂਦਾ ਉਸੇ ਵੇਲੇ, ਕਿਉਂਕਿ ਵਿੱਚੋਂ ਰੂਹ ਚਲੀ ਗਈ, ਜੋਤ ਨਿਕਲ ਗਈ, ਬਾਕੀ ਡੈਡ ਬੋਡੀ ਪਈ ਹੈ, ਹੋਰ ਕੁਝ ਵੀ ਨਹੀਂ। ਹਾਂਜੀ। ਰੇ ਬੌਰੇ ਤੁਹੇ ਕਰੀ ਨ ਰਾਖੈ ਕੋਈ ਰੇ ਬੌਰੇ ਤੋਏ ਘਰੀ ਨਾ ਰਾਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਓ। ਰੇ ਬੌਰੇ ਤੋਏ ਘਰੀ ਨਾ ਰਾਖੈ ਕੋਈ ਤੂੰ ਰਾਮ ਨਾਮ ਜਪ ਸੋਈ। ਰਹਾਉ ਦੀ ਇਸ ਪੰਕਤੀ ਵਿੱਚ ਕਬੀਰ ਸਾਹਿਬ ਸਾਨੂੰ ਉਪਦੇਸ਼ ਦੇਣਾ ਕਰਦੇ ਨੇ, ਸਮਝਾਉਂਦੇ ਨੇ ਬੜੇ ਵਧੀਆ ਢੰਗ ਨਾਲ ਕਿ ਰੇ ਬੌਰੇ ਭਾਏ ਮੂਰਖਾ ਤੋਏ ਘੜੀ ਨਾ ਰੱਖਿਆ ਕੋਈ। ਉਦੋਂ ਬਾਅਦ ਤੈਨੂੰ ਇੱਕ ਘੜੀ ਨਹੀਂ ਰੱਖਦੇ ਅਗਲੇ, ਉਸੇ ਵੇਲੇ ਤਿਆਰੀਆਂ ਦੀ ਗੱਲ ਸ਼ੁਰੂ ਕਰਦੇ ਕਿ ਲੈ ਜੀ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਨਿਬੇੜ ਦਈਏ, ਫਿਰ ਨਹੀਂ ਫਿਰ ਰਾਤ ਰੱਖਣਾ ਔਖਾ ਲੱਗਦਾ ਹੈ। ਜਿਹਦੇ ਬਗੈਰ ਰਾਤ ਰਹਿਣਾ ਔਖਾ ਲੱਗਦਾ ਸੀ ਨਾ, ਕਹਿੰਦੇ ਫਿਰ ਉਹ ਰਾਤ ਰੱਖਣਾ ਔਖਾ ਹੋ ਗਿਆ। ਤੂੰ ਰਾਮ ਨਾਮ ਜਪ ਸੋਈ, ਫਿਰ ਕੀ ਕਰਨਾ ਕਰ, ਐ ਜੀਵ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਸਿਮਰਨਾ ਕਰ। ਹੁਣ ਤੇਰੇ ਕੋਲ ਸਮਾਂ ਹੈ, ਹੁਣ ਤੇਰਾ ਜੀਵਨ ਹੈ, ਇਹ ਜੀਵਨ ਜਿਉਂਦੇ ਜੀ ਤੂੰ ਪਰਮਾਤਮਾ ਨਾਮ ਜਪ ਸਕਦਾ ਹੈ, ਸਿਮਰਨ ਕਰਨਾ ਕਰ ਉਹਦਾ।
ਹਾਂਜੀ। काकी मात पिता कहो काको, काकी मात पिता को काको, कावन पुरख की जोई, कवन पुरख की जोई। घट फूटे को बात न पूछे, काढ़ो काढ़ो होई। कबीर साहब दृष्टांत देंदे ने मौत दा। काकी मात पिता को काको, कवन पुरख की जोई। कहने किदी मां किदा प्यो, किहड़े पुरुष दी इस्त्री सी, कहने उदों कोई नहीं वेखदा। उसे वेले ही नाल दी नाल मंजे तो थले लाउण दी करदे ने अगले। घट फूटे को बात ना पूछे, काडो काडो होई। ਜਿਹਨੂੰ ਪਹਿਲਾਂ ਜਿਓ ਜਿਓ ਆਖਦੇ ਸਨ, ਵੇਖੋ ਕਹਿੰਦੇ ਜਦੋਂ ਇਹ ਸਰੀਰ ਰੂਪੀ ਘੜਾ ਟੁੱਟਿਆ, ਕਹਿੰਦੇ ਕੋਈ ਬਾਤ ਨਾ ਪੁੱਛੇ। ਹੁਣ ਫਿਰ ਕੋਈ ਗੱਲ ਨਹੀਂ ਪੁੱਛਦਾ, ਫਿਰ ਤੇ ਕੱਢਣ ਦੀ ਗੱਲ ਕਰਦੇ ਨੇ ਕਿ ਲੈ ਜਿਹੜਾ ਵੀ ਆਉਂਦਾ ਬਾਹਰੋਂ ਇਹ ਪੁੱਛਦਾ ਵੀ ਲੈ ਕੇ ਕਦੋਂ ਜਾਣਾ ਹੈ। ਬਾਹਰੋਂ ਜਿਹੜਾ ਵੀ ਆਉਂਦਾ ਹੈ ਨਾ ਪਤਾ ਲੈਣ ਵਾਸਤੇ, ਜਿਹਨੂੰ ਪਤਾ ਲੱਗਦਾ, ਉਹ ਇਹ ਨਹੀਂ ਪੁੱਛਦੇ ਕਿ ਕੀ ਬਣਿਆ, ਉਹ ਕਹਿੰਦੇ ਜੀ ਲੈ ਕੇ ਕਦੋਂ ਜਾਣਾ ਹੈ। ਕਹਿੰਦੇ ਕਾਢੋ ਕਾਢੋ ਹੋਈ, ਫਿਰ ਤਾਂ ਕੱਢੋ ਕੱਢੋ ਦੀ ਗੱਲ ਕਰਦੇ ਨੇ ਵੀ ਲੈ ਜਾਓ ਬਸ। ਹਾਂਜੀ। देहुरी बैठी माता रोवे, देहुरी बैठी माता रोवे, खटिया ले गए भाई, लट छिटकाए तिरिया रोवे, लट छिटकाए तिरिया रोवे। हंस अकेला जाई, क्योंकि जीव दा अपनी मां नाल ਤੇ ਜਵਾਨੀ ਤੋਂ ਬਾਅਦ ਆਪਣੀ ਇਸਤਰੀ ਨਾਲ ਇਹ ਲਗਾਵ ਜ਼ਿਆਦਾ ਕੁਦਰਤੀ ਹੈ। ਇੱਥੇ ਹੁਣ ਕਬੀਰ ਸਾਹਿਬ ਦੋਵਾਂ ਦੀ ਗੱਲ ਕਰਦੇ ਨੇ। ਦੇਹੁਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ। ਕਹਿੰਦੇ ਦਹਲੀਜ਼ ਤੱਕ ਬੈਠੀ ਮਾਤਾ ਰੋਂਦੀ ਦਹਲੀਜ਼ ਤੇ, ਕਿਉਂਕਿ ਖਟਿਆ ਜਿਹੜੀ ਇਸ ਮੰਜੀ ਤੇ ਪਿਆ ਸੀ ਉਹਨੂੰ ਭਰਾ ਚਾਰ ਚੁੱਕ ਕੇ ਲੈ ਗਏ। ਲੜ ਛਟਕਾਏ ਤਿਰਿਆ ਰੋਵੇ, हंस अकेला जाई। कहने लड़ छुट गया, इस्त्री रोंदी, पर अगे तो भाई ये हंस कला ही जाएगा। इन्हां चों ना मां नाल तुरी ते ना ही इस्त्री। घर की नार बहुत हित जांस्यो, सदा रहत संग लागी। जा भी हंस तजिए काया, तो प्रेत प्रेत कर भागी। कहने सब छड्ड गए उस वेले, अगे तो फिर कला रहेगा ये जीव, अगे कला जाएगा। कहने हाँ जी। कहत कबीर सुनो रे संतो, कहत कबीर सुनो रे संतो, पैसागर कहताई, इस बंदे सिर जुल्म होत है, जम नहीं हटे गुसाई, दो तुके। कहत कबीर सुनो रे संतो, पैसागर कहताई। कबीर साहब कहते इस भव सागर नूं पार करन दी गल सी सारी। ਉਹਦੇ ਕਾਰਨ ਹੀ ਸੰਸਾਰ ਸਾਗਰ ਦੇ ਵਿੱਚ ਬਚਣ ਵਾਸਤੇ ਦੌੜਿਆ ਫਿਰਦਾ ਮਨੁੱਖ। ਸੁੱਖ ਲਈ, ਸ਼ਾਂਤੀ ਲਈ ਪੈਸਾ ਇਕੱਠਾ ਕਰਦਾ ਹੈ, ਧਨ ਦੌਲਤ ਇਕੱਠੀ ਕਰਦਾ ਹੈ, ਬੜਾ ਕੁਝ ਇਕੱਠਾ ਕਰਦਾ ਹੈ, ਠੱਗੀਆਂ ਕਰਦਾ ਹੈ, ਚੋਰੀਆਂ ਮਾਰਦਾ ਹੈ, ਬੜਾ ਕੁਝ ਕਰਦਾ ਹੈ। इस बंदे सिर जुल्म होत है, जम नहीं हटे गुसाई। कहने इसे कारणा करके ਇਹਦੇ ਤੇ ਜ਼ੁਲਮ ਹੁੰਦਾ ਹੈ ਸਾਈਂ, ਹੈ ਧਰਤੀ ਦੇ ਮਾਲਕਾ, ਇਹ ਜਮ ਇਹਦਾ ਖਹਿੜਾ ਨਹੀਂ ਛੱਡਦੇ। ਇਸੇ ਕਰਕੇ ਤੇ ਛੱਡ ਨਹੀਂ ਰਹੇ, ਕਿਉਂਕਿ ਮੋਹ ਤੇ ਮਾਇਆ ਦੀ ਮਮਤਾ ਵਿੱਚ ਫਸਿਆ ਹੋਇਆ ਇਨਸਾਨ ਇਸ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਤੇ ਇਹ ਧਰਤੀ ਦੇ ਮਾਲਕਾ, ਗੁਸਾਈ ਤੋਂ ਭਾਵ ਹੈ ਧਰਤੀ ਦਾ ਮਾਲਕ। मेरे राम हम बारक हर प्रभ के हैं ए आणे, हम बारक हर प्रभ के हैं ए आणे।